जी आए ਨੂੰ ਪਿਆਰੇ ਵਿਦਿਆਰਥੀਓ 11th ਕਲਾਸ ਦੀ ਇੰਗਲਿਸ਼ ਦੀ ਬੁੱਕ ਆ ਪੈਨੋਰਮਾ ਆਫ ਲਾਈਫ ਉਸਦੇ ਸੈਕਸ਼ਨ A ਦਾ ਲੈਸਨ ਨੰਬਰ 8 ਵਾਟਰ ਅ ਟਰੂ ਐਲਿਕਜ਼ਰ ਉਸਦਾ ਕੁਐਸਚਨ ਆਨਸਰਸ ਜੋ ਸ਼ਾਰਟ ਆਨਸਰ ਕੁਐਸਚਨਸ ਹੈਗੇ ਨੇ ਉਹ ਕਰਨ ਜਾ ਰਹੇ ਹਾਂ ਪਾਰਟ A 10 ਕੁਐਸਚਨਸ ਨੇ ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਆਨਸਰਸ ਨੂੰ ਕਾਪੀ ਡਾਊਨ ਕਰ ਲਓ ਤੇ ਬਾਅਦ ਵਿੱਚੋਂ ਇਹਨਾਂ ਆਨਸਰਸ ਨੂੰ ਪੜ੍ਹ ਕੇ ਕੰਠ ਕਰਕੇ ਯਾਦ ਕਰਕੇ ਬਿਨਾਂ ਦੇਖੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਆਓ ਸ਼ੁਰੂ ਕਰੀਏ ਸੋ ਕਹਿੰਦੇ ਆਨਸਰ ਦੀ ਫੋਲੋਇੰਗ ਕੁਐਸਚਨਸ ਇਨ 10 to 15 ਵਰਡਸ ਈਚ ਇਹ ਬੱਚੇ ਅਪਰੋਕਸੀਮੇਟਡ 10 to 15 ਵਰਡਸ ਕੁਝ ਜਵਾਬ ਐਸੇ ਨੇ ਜਿਹਨਾਂ ਨੂੰ ਬਿਲਕੁਲ ਬਹੁਤ ਛੋਟੇ ਨਹੀਂ ਕੀਤਾ ਜਾ ਸਕਦਾ ਸੋ ਪਰ ਜ਼ਿਆਦਾਤਰ ਜਿਹੜੇ ਸ਼ਬਦ ਆਪਣਾ ਆਨਸਰ ਹੈ ਉਹ ਛੋਟੇ ਤੋਂ ਛੋਟਾ ਤੁਹਾਡੇ ਲਈ ਤਿਆਰ ਕੀਤਾ ਗਿਆ ਕਹਿੰਦੇ why is only 1% of the water available on our planet fit for drinking ਠੀਕ ਹੈ ਉਹ ਕਹਿੰਦੇ ਜਿਹੜਾ ਸਾਡਾ ਪਲੈਨਟ ਹੈ ਸਾਡਾ ਗ੍ਰਹਿ ਹੈਗਾ ਧਰਤੀ ਹੈ ਉਹਦੇ ਉੱਤੇ ਜਿੰਨਾ ਪਾਣੀ ਹੈ why is only 1% of the water available on our planet fit for drinking ਸਿਰਫ 1% ਪਾਣੀ ਹੀ ਕਿਉਂ ਸਾਡੇ ਲਈ ਪੀਣ ਲਈ ਫਿਟ ਹੈਗਾ ਪੀਣ ਯੋਗ ਹੈਗਾ So the ਜਵਾਬ ਹੈ only 1% of the water available on our planet is fit for drinking ਹੁਣ ਦੇਖੋ ਬੱਚੋ ਇਹ ਜਿਹੜਾ ਹਿੱਸਾ ਹੈ ਇਹ ਤੇ ਪੂਰਾ ਸਵਾਲ ਦਾ ਹਿੱਸਾ ਹੀ ਹੈਗਾ only 1% of the water available on our planet is fit for drinking ਇੱਥੇ ਤੱਕ ਤੇ ਇਹੀ ਹੈਗਾ ਜਵਾਬ ਸਾਡਾ ਇਧਰੋਂ ਸ਼ੁਰੂ ਹੁੰਦਾ because just 3% of the earth's water is fresh water ਪਹਿਲੀ ਗੱਲ ਤੇ ਹੈਗਾ ਇੱਕ ਕਾਰਨ ਹੈ ਵੀ 97% ਜਿਹੜਾ ਹੈ ਉਹ ਸਾਲਟ ਵਾਟਰ ਹੈ ਸਮੁੰਦਰਾਂ ਵਿੱਚ ਸਾਗਰਾਂ ਵਿੱਚ ਸੀ ਵਾਟਰ ਓਸ਼ਨ ਓਨਲੀ 3% ਇਜ਼ ਫਰੈਸ਼ ਵਾਟਰ ਮਿੱਠਾ ਪਾਣੀ ਹੈ ਜਿਹੜਾ ਜਿਹਨੂੰ ਅਸੀਂ ਪੀਣ ਯੋਗ ਕਹਿੰਦੇ ਹਾਂ ਪਰ ਉਹਦੇ ਵਿੱਚੋਂ ਵੀ ਜ਼ਿਆਦਾ ਕਿੱਥੇ ਹੈਗਾ ਅੰਟਾਰਕਟਿਕਾ ਵਿੱਚ ਆਰਕਟਿਕ ਵਿੱਚ ਪਹਾੜਾਂ ਦੇ ਉੱਤੇ ਜੰਮੀਆਂ ਬਰਫ਼ਾਂ ਦੇ ਵਿੱਚ ਸੋ ਐਂਡ ਮੋਸਟ ਆਫ ਇਟ 3% ਤੋਂ ਜ਼ਿਆਦਾ ਸਰ ਮੋਸਟ ਆਫ ਇਟ ਇਜ਼ ਇਨ ਫਰੋਜ਼ਨ ਫਾਰਮ ਇਨ ਗਲੇਸ਼ੀਅਰਸ ਐਂਡ ਪੋਲਰ ਆਈਸ ਕੈਪਸ ਠੀਕ ਹੈ ਸੋ ਇਹ 3% ਵਿੱਚੋਂ ਵੀ ਜਿਹੜੀ ਵੱਡੀ ਮਾਤਰਾ ਹੈਗੀ ਏ ਉਹ ਧਰੁਵ ਦੇ ਉੱਤੇ ਪੋਲਰ ਨਾਰਥ ਪੋਲ ਸਾਊਥ ਪੋਲ ਉੱਤੇ ਜਿਹੜੀ ਆਰਕਟਿਕ ਸਰਕਲ ਹੈਗਾ ਆਰਕਟਿਕ ਹੈਗਾ ਅੰਟਾਰਕਟਿਕ ਹੈਗਾ ਉੱਤੇ ਜਿਹੜੀ ਬਰਫ਼ਾਂ ਜੰਮੀ ਹੋਈਆਂ ਤੇ ਪਹਾੜਾਂ ਦੇ ਜਿਹੜੇ ਲੋਧੇ ਹੈਗੇ ਨੇ ਬਰਫ਼ਾਂ ਦੇ ਗਲੇਸ਼ੀਅਰਸ ਹੈਗੇ ਨੇ ਉਹਨਾਂ ਵਿੱਚੋਂ ਜੰਮੀ ਹੋਈ ਹੈ ਤੇ ਉਹ ਅਸੀਂ ਉਹਨੂੰ ਪ੍ਰਾਪਤ ਨਹੀਂ ਕਰ ਸਕਦੇ ਸੋ 3% ਚੋਂ ਫਿਰ 1% ਜਿਹੜਾ ਹੈ ਬਚ ਜਾਂਦਾ ਜੋ ਕਿ ਝੀਲਾਂ ਵਿੱਚ ਹੈਗਾ ਕੁਝ ਝਰਨਿਆਂ ਵਿੱਚ ਹੈਗਾ ਕੁਝ ਨਦੀਆਂ ਵਿੱਚ ਹੈਗਾ ਜਾਂ ਕੁਝ ਧਰਤੀ ਦੇ ਥੱਲੇ ਹੈਗਾ ਠੀਕ ਹੈ ਸੋ ਓਨਲੀ 1% ਆਫ ਵਾਟਰ ਇਜ਼ ਫਿਟ ਫॉर ਡਰਿੰਕਿੰਗ ਵਿਚ ਇਜ਼ ਅਵੇਲੇਬਲ ਟੂ ਅਸ ਠੀਕ ਹੈ ਅੱਗੇ ਚਲਿਏ क्वेश्चन नंबर 2 why should we preserve the quality of water available to us ਜਿਹੜੀ ਪਾਣੀ ਦੀ ਗੁਣਵੱਤਾ ਹੈ ਇਹਨੂੰ ਸਾਨੂੰ ਸਾਂਭ ਕੇ ਕਿਉਂ ਰੱਖਣਾ ਚਾਹੀਦਾ ਹੈ ਤੇ ਇਹਨੂੰ ਦੂਸ਼ਿਤ ਨਹੀਂ ਹੋਣ ਦੇਣਾ ਚਾਹੀਦਾ ਇਹਨੂੰ ਗੰਦਾ ਨਹੀਂ ਹੋਣ ਦੇਣਾ ਚਾਹੀਦਾ ਇਹਨੂੰ ਪੀਣ ਯੋਗ ਵਰਤਣ ਯੋਗ ਰਹਿਣ ਦੇਣਾ ਚਾਹੀਦਾ ਇਹਦੇ ਲਈ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਧਿਆਨ ਰੱਖਣਾ ਚਾਹੀਦਾ ਕਿਉਂ ਇਦਾਂ ਵੀ ਕਿਉਂ ਲੋੜ ਇਦਾਂ we should preserve the quality of water available to us ਦੇਖੋ ਇੱਥੋਂ ਦੇ ਲੈ ਕੇ ਇੱਥੇ ਆ ਜਾਏਗਾ we should preserve the quality of water available to us ਇੱਥੇ ਤੱਕ ਤੇ ਸਵਾਲ ਦਾ ਵਿੱਚੋਂ ਲੈ ਲਿਆ ਆਪਾਂ because water is a precious resource ਪਾਣੀ ਇੱਕ ਬੜਾ ਕੀਮਤੀ ਵਸੀਲਾ ਹੈ ਸਾਧਨ ਹੈ and is our lifeline ਅਤੇ ਸਾਡੀ ਜਿੱਦਾਂ ਗਲੂਕੋਜ਼ ਦੀ ਬੋਤਲ ਨਹੀਂ ਲੱਗੀ ਹੁੰਦੀ ਵੈਂਟੀਲੇਟਰ ਲੱਗਾ ਹੁੰਦਾ ਇਹ ਸਾਡੀ ਜਿੰਦ ਜਾਨ ਹੈ ਤੇ ਅਗਲੀ ਗੱਲ ਆ ਗਈ ਲਾਈਫਲਾਈਨ ਮਤਲਬ ਕਿ ਫਿਰ ਦੀ ਅਵੇਲੇਬਲ ਕੁਆਂਟੀਟੀ ਆਫ ਵਾਟਰ ਇਜ਼ ਸਮਾਲ ਔਰ ਇਹਦੀ ਜਿਹੜੀ ਕੁਆਂਟੀਟੀ ਹੈ ਜਿਹੜੀ ਸਾਨੂੰ ਅਵੇਲੇਬਲ ਹੈਗੀ ਹੈ ਉਹ ਬਹੁਤ ਛੋਟੀ ਮਾਤਰਾ ਵਿੱਚ ਹੈ ਐਂਡ ਫਿਕਸਡ ਅਤੇ ਫਿਕਸਡ ਵੀ ਹੈਗੀ ਹੈ which keeps recycling itself ਤੇ ਇਹੀ ਪਾਣੀ ਆਪਣੇ ਆਪ ਨੂੰ ਰੀਸਾਈਕਲ ਕਰਦਾ ਰਹਿੰਦਾ ਵਾਸ਼ਪੀਕਰਨ ਹੁੰਦਾ ਹੈ ਫਿਰ ਮੀਂਹ ਪੈਂਦਾ ਥੱਲੇ ਡਿੱਗਦਾ ਹੈ ਫਿਰ ਵਾਸ਼ਪੀਕਰਨ ਹੁੰਦਾ ਹੈ ਥੱਲੇ ਡਿੱਗਦਾ ਹੈ ਸੋ ਇਹ ਸਾਈਕਲ ਚੱਲਦਾ ਰਹਿੰਦਾ ਹੈ ਸੋ ਸਾਡੇ ਕੋਲ ਉਨਾ ਹੀ ਪਾਣੀ ਹੈ ਤੇ ਇਸ ਕਰਕੇ ਉਸ ਪਾਣੀ ਦੀ ਗੁਣਵੱਤਾ ਨੂੰ ਕੁਆਲਿਟੀ ਨੂੰ ਸਾਨੂੰ ਮੇਨਟੇਨ ਕਰਕੇ ਰੱਖਣਾ ਚਾਹੀਦਾ ਹੈ ਉਹਨੂੰ ਗੰਦਲਾ ਨਹੀਂ ਕਰਨਾ ਚਾਹੀਦਾ ਜਿਵੇਂ ਅਸੀਂ ਆਪਣੇ ਛੱਪੜਾਂ ਨੂੰ ਗੰਦਾ ਕਰ ਰਹੇ ਹਾਂ ਨਦੀਆਂ ਨੂੰ ਗੰਦਾ ਕਰ ਰਹੇ ਹਾਂ ਹੋਰ ਪਾਣੀ ਦੇ ਸੋਮਿਆਂ ਨੂੰ ਗੰਦਾ ਕਰਦੇ ਪਏ ਹਾਂ ਉਹ ਸਾਨੂੰ ਨਹੀਂ ਕਰਨਾ ਚਾਹੀਦਾ ਉਹਨਾਂ 'ਚ ਕੈਮੀਕਲ ਸੂਵੇਜ ਮਲ ਮੂਤਰ ਗੰਦਗੀ ਪਲਾਸਟਿਕ ਨਹੀਂ ਸੁੱਟਣਾ ਚਾਹੀਦਾ ਉਹਦੀ ਗੁਣਵੱਤਾ ਨੂੰ ਸਾਂਭ ਕੇ ਰੱਖਣਾ ਚਾਹੀਦਾ ਅੱਗੇ ਕੁਐਸਚਨ ਨੰਬਰ 3 why did civilizations generally grow on the banks of big rivers ਵੱਡੀਆਂ ਨਦੀਆਂ ਬਿਗ ਰਿਵਰਸ ਵੱਡੀਆਂ ਨਦੀਆਂ ਬੈਂਕਸ ਮਾਨੇ ਕੰਢੇ
ਸਿਵਲਾਈਜੇਸ਼ਨ ਸਭਿਅਤਾਵਾਂ, ਕਹਿੰਦੇ ਜ਼ਿਆਦਾਤਰ ਦੱਸੋ ਆਮ ਤੌਰ ਤੇ ਸਭਿਅਤਾਵਾਂ ਜਿਹੜੀਆਂ ਨੇ ਉਹ ਵੱਡੀ ਨਦੀਆਂ ਦੇ ਕੰਢਿਆਂ ਤੇ ਕਿਉਂ ਵਿਕਸਿਤ ਹੋਈਆਂ। ਠੀਕ ਹੈ, ਸੋ ਜਵਾਬ ਹੈ ਸਿਵਲਾਈਜੇਸ਼ਨਸ ਜਨਰਲੀ ਗਰੂ, ਕਿਉਂਕਿ ਡਿਡ ਹੈਗਾ ਸੋ ਗਰੋ करके ग्रू आ जाएगा। Civilization generally grew on the banks of big rivers because water is the foundation of food and life, क्योंकि पानी जड़ा है जिंदगी दा अते भोजन दी नींह है। उस तो बिना पानी तो बिना ना भोजन तैयार हो सकता है ते ना जिंदगी अगे चल सकती है। फिर अगे इट इज़ द कॉमनेस्ट ऑफ ऑल लिक्विड्स, सब तो वध मात्रा विच आम अवेलेबल उपलब्ध जड़ा है सब तो आम तरल पदार्थ है। एंड अ ट्रू एलिक्जर, अते सच्ची मुच्ची दा अमृत है। यह कोई मिथिहासक अमृत नहीं है, यह साडे जीवन रूपी वरतन वाला, पीण वाला, जिंदगी देण वाला, सानू नरवा रखण वाला अमृत है। फिर what type of water supply and sewerage system prevailed during the Indus Valley Civilization period? Indus Valley Civilization period ਦੇ ਦੌਰਾਨ किस किस्म की वाटर सप्लाई और सीवरेज सिस्टम सीगा? सो इसका जवाब है वन ऑफ द वर्ल्ड्स मोस्ट सोफिस्टिकेटेड। सोफिस्टिकेटेड मैंने बड़ा वधिया डिजाइन किया होया, बड़ा गुंझलदार और बड़ा मॉडर्न टाइप जो उस समय के हिसाब के मॉडर्न बड़ा वधिया। वन ऑफ द वर्ल्ड्स मोस्ट सोफिस्टिकेटेड वाटर सप्लाई एंड सीवरेज सिस्टम्स प्रिवेल्ड ड्यूरिंग द पीरियड ऑफ इंडस वैली सिविलाइजेशन। सो एक गल तो हैगी है कि वन ऑफ द वर्ल्ड्स मोस्ट सोफिस्टिकेटेड वाटर सप्लाई एंड सीवरेज सिस्टम, तो दूजी गल इट वॉज हाइजीनिक, वो बड़ा साफ सुथरा सीगा, एंड हैड कवर्ड ड्रेन्स, तो वह नालियां जड़ियाँ सी वो नंगियां नहीं सी, टकियां हुई सी। हुण देखो बच्चों कितनी हैरानी की गल है, यह सिविलाइजेशन कितना पुराना, हज़ारों साल पुराना, उदों नालियां टकियां हुई सी, है ना। उदों भी लोग सियाणे सी, मक्खियां मच्छरां तो फैलन वाली बीमारियां बारे जागरूक सीगे। पर अज भी साडे हिंदुस्तान देख लो इहो जिहे हज़ारों पिंड ने जिथे नालियां नंगियां ने, ते मक्खियां दा भौण उत्थे हुंदा ते मच्छर हुंदे ने, ते हर साल लोग किन्ने डेंगी दे नाल, जिहनूं असीं डेंगू कहने आ, डेंगू दे नाल, मलेरिया दे नाल, ते जॉन्डिस दे नाल, टाइफाइड दे नाल बीमार हुंदे ने, ते कि मरदे भी ने डायरिया दे नाल, कोलरा दे नाल। सो यह नालियां नाल ढकिया होना बड़ा जरूरी है। सो वो जिहड़ा सिस्टम सी इंडस वैली सिविलाइजेशन विच, इट वॉज हाइजीनिक, साफ सुथरा, एंड हैड कवर्ड ड्रेन्स। ड्रेन्स मैंने नालियां, कवर्ड मैंने टकियां हुई। क्वेश्चन नंबर 5, वट रोल डू फॉरेस्ट्स प्ले इन द कंजरवेशन ऑफ वाटर? अर्थात पानी की सांभ संभाल विच, पानी नूं बर्बाद होने तो बचाने विच फॉरेस्ट जंगल जिहड़े ने की योगदान पाउंदे हन? सो जवाब है फॉरेस्ट्स प्रोटैक्ट वाटर कैचमेंट्स। पहली गल तो कि वाटर कैचमेंट्स अर्थात जिहड़ा मींह का पानी डिगदा है, जिथे डिग के जिन्ने जिन्ने एरिया च डिगया पानी, जिथे डिग के इकट्ठा होकर नदियों में वगदा है, उन्होंने असीं कहने कैचमेंट्स। सो फॉरेस्ट प्रोटैक्ट वाटर कैचमेंट्स, दे स्लो डाउन दी रशिंग वाटर, वो वगदा पानी, डिगदा पानी तेजी नाल जिहड़ा रश कर रहा है उन्होंने वो मूवमेंट स्लो कर देंगे ने, क्योंकि रुखां दे उत्ते मींह का पानी डिगदा है, एक तो मींह का ठा करके थले डिगना वो भी हौली हो जाता है, तो वगदा पानी जिहड़ा बहुत तेजी नाल आ रहा है, वो पेड़ां दे तने जिहड़े हुंदे ने, जड़ां हुंदियां ने, वो होर उन्हां दी जिहड़ी निक्की निक्की झाड़ियां बणियां हुंदियां ने, वो सारियां पानी दे वहाव नूं रोकदियां ने, थोड़ा हौली करदियां ने। एंड उन्हां कहंदे एंड अलाउ दी वाटर टू सीप जेंटली इनटू द ग्राउंड, इहदे नाल पानी नूं सहजे सहजे धरती दे विच थल्ले सिम के जाण दा समा मिल जाता है, मौका मिल जाता है, दस रेजिंग दी वाटर टेबल। तो इस तरह जो वाटर टेबल है अर्थात ग्राउंड विच धरती दे विच हेठा पानी का जो लैवल है, पानी का जो पद्धर है वो उच्चा हो जाता है, या असीं कह सकते हैं पानी की भरपाई हो जाती। जिहड़ा पानी असीं वरत रहे ट्यूबवैलों राहीं वो जिहड़ा पानी थल्ले जाई जा रहा है, वो जदों इदां जंगल हैगे ने उस लैवल नूं मेनटेन रखण विच या उच्चा चुकण विच अपना योगदान पाउंदे ने। फिर आ गया क्वेश्चन नंबर 6, वाई इज़ वाटर कंजरवेशन द नीड ऑफ द डे? द नीड ऑफ द डे मतलब समय की लोड़। कहते जो वाटर कंजरवेशन है, पानी की सांभ संभाल इस अज समय की लोड़ क्यों है? सो जवाब है वाटर कंजरवेशन इज़ द नीड ऑफ द डे बिकॉज ओवर द ईयर्स, क्योंकि कई सालों मगरों, कई सालों दौरान ग्रोइंग इंडस्ट्रियलाइजेशन, वध रहा जो उद्योग है
ਵੱਧਦਾ ਜੋ ਸਨਅਤ ਹੈ, ਫੈਕਟਰੀਆਂ ਨੇ, ਰਾਈਜ਼ਿੰਗ ਪਾਪੂਲੇਸ਼ਨਸ, ਵੱਧਦੀ ਹੋਈ ਜੋ ਆਬਾਦੀ ਹੈ, ਐਂਡ ਐਕਸਪੈਂਡਿੰਗ ਐਗਰੀਕਲਚਰ, ਅਤੇ ਫੈਲਦਾ ਹੋਇਆ ਜੋ ਖੇਤੀ ਹੈ। ਅਰਥਾਤ ਕਈ ਜਗ੍ਹਾ ਪਹਿਲੇ ਐਸੀਆਂ ਸੀ ਜਿਹੜੀ ਖਾਲੀ ਪਈਆਂ ਸੀ, ਮਨੁੱਖ ਨੇ ਉਹਨੂੰ ਵੀ ਵਾਹ ਕੇ ਜਿਹੜਾ ਕੀ ਕੀਤਾ, ਰੁੱਖ ਵੱਢ ਦਿੱਤੇ ਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਬੜੀ ਜ਼ਮੀਨ ਉੱਤੇ ਖਾਲੀ ਪਈ ਸੀਗੀ, ਉਹ ਕੁਦਰਤ ਦੇ ਹਿਸਾਬ ਨਾਲ ਠੀਕ ਸੀਗੀ, ਉੱਥੇ ਜੰਗਲ ਵੀ ਸੀਗੇ, ਉਹ ਵੀ ਆਪਣੇ ਮਨੁੱਖ ਨੇ ਆਪਣੇ ਲਾਲਚ ਦੇ ਅਧੀਨ ਉਹਨੂੰ ਵੱਢ ਵੱਢ ਕੇ ਕੀ ਕੀਤਾ, ਉਹਨੂੰ ਵੀ ਵਾਣਯੋਗ ਬਣਾ ਲਿਆ। ਸੋ ਐਕਸਪੈਂਡਿੰਗ ਐਗਰੀਕਲਚਰ ਹੈਵ ਪੁਸ਼ਡ ਅਪ ਦੀ ਵਾਟਰ ਡਿਮਾਂਡ। ਇਹਦੇ ਨਾਲ ਕੀ ਹੋ ਗਿਆ, ਪਾਣੀ ਦੀ ਜੋ ਮੰਗ ਹੈ ਉਹ ਬਹੁਤ ਜ਼ਿਆਦਾ ਵੱਧ ਗਈ ਹੈ। ਇੰਡਸਟਰੀ 'ਚ ਵੀ ਪਾਣੀ ਬੜਾ ਵਰਤਿਆ ਜਾਂਦਾ ਹੈ। ਜਿੰਨੇ ਬੰਦੇ ਹੋਣਗੇ, ਨਹਾਉਣਾ ਧੋਣਾ, ਖਾਣਾ ਪਕਾਉਣਾ, ਫਿਰ ਆਪਣਾ ਕੀ ਕਹਿੰਦੇ ਕੱਪੜੇ ਧੋਣੇ, ਹੋਰ ਸਾਰੀ ਰੋਜ਼ ਦੀ ਲੋੜ ਹੈਗੀ ਹੈ, ਉਹ ਵੀ ਵਧੇਗੀ ਜਦ ਪਾਪੂਲੇਸ਼ਨ ਵਧੇਗੀ ਤੇ ਐਗਰੀਕਲਚਰ ਵਿੱਚ ਤੇ ਖੇਤੀ ਨੂੰ ਤੇ ਪਾਣੀ ਚਾਹੀਦਾ ਹੀ ਚਾਹੀਦਾ ਹੈਗਾ। ਹੈ ਪੁਸ਼ ਦਾ ਵਾਟਰ ਡਿਮਾਂਡ and the absence of water can convert fertile lands into dry, infertile, lifeless tracts of death। ਤੇ ਜੇ ਪਾਣੀ ਨਹੀਂ ਹੋਏਗਾ, ਐਬਸੈਂਸ ਆਫ ਵਾਟਰ, ਤੇ ਪਾਣੀ ਦੀ ਅਣਹੋਂਦ ਜਿਹੜੀ ਏ, ਉਹ ਚੰਗੀ ਜਿਹੜੀ ਲੈਂਡ, ਜਿਹੜੀਆਂ ਉਪਜਾਊ ਜ਼ਮੀਨਾਂ ਨੇ, ਉਹਨਾਂ ਨੂੰ ਵੀ ਡਰਾਈ ਮੈਨੇ ਸੁੱਕੀ, ਇਨਫਰਟਾਈਲ ਮੈਨੇ ਬੰਜਰ, ਲਾਈਫਲੈਸ ਮੈਨੇ ਬੇਜਾਨ, ਜਿੱਥੇ ਕੋਈ ਜੀਵ ਜੰਤ ਨਹੀਂ ਹੋਏਗਾ, ਪਸ਼ੂ ਪੰਛੀ ਨਹੀਂ ਹੋਏਗਾ, ਜਾਨਵਰ ਨਹੀਂ ਆਏਗਾ, ਬਿਲਕੁਲ ਰੇਗਿਸਤਾਨ ਹੋ ਜਾਏਗਾ। ਟਰੈਕਟਸ ਆਫ ਡੈਥ, ਟਰੈਕਟਸ ਆਫ ਡੈਥ ਮੈਨੇ ਮਤਲਬ ਕਿ ਮੌਤ ਦਾ, ਜਿੱਦਾਂ ਮੌਤ ਦਾ ਇੱਕ ਜਿਹੜਾ ਫੈਲਾਅ ਹੋਏਗਾ ਨਾ, ਜਿੱਦਾਂ ਰੇਗਿਸਤਾਨ 'ਚ ਕੁਛ ਸਾਨੂੰ ਨਜ਼ਰ ਨਹੀਂ ਆਉਂਦਾ ਹੁੰਦਾ, ਉਸ ਤਰ੍ਹਾਂ ਧਰਤੀ ਜਿਹੜੀ ਏ ਬਣ ਜਾਏਗੀ ਪਾਣੀ ਦੀ ਅਣਹੋਂਦ ਦੇ ਨਾਲ। ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ, ਇੱਕ ਤੇ ਪਾਣੀ ਦੀ ਵੱਧਦੀ ਹੋਈ ਡਿਮਾਂਡ ਕਰਕੇ, ਇੰਡਸਟਰੀਲਾਈਜੇਸ਼ਨ, ਪਾਪੂਲੇਸ਼ਨ ਤੇ ਐਗਰੀਕਲਚਰ ਦੇ ਵਾਧੇ ਕਰਕੇ, ਤੇ ਦੂਜੀ ਗੱਲ ਇਸ ਗੱਲ ਨੂੰ ਭਾਂਪ ਕੇ ਕਿ ਜੇ ਪਾਣੀ ਨਹੀਂ ਹੋਏਗਾ ਤੇ ਚੰਗੀ ਭਲੀ ਜਿਹੜੀ ਧਰਤੀ ਹੈ ਉਹ ਵੀ ਬੰਜਰ ਤੇ ਸੁੱਕੀ ਤੇ ਜ਼ਿੰਦਗੀ ਵੀ ਹੋਣੀ ਬਣ ਜਾਏਗੀ। ਇਹਨਾਂ ਗੱਲਾਂ ਨੂੰ ਧਿਆਨ ਰੱਖ ਕੇ ਕਿਹਾ ਜਾ ਰਿਹਾ ਹੈ ਕਿ ਵਾਟਰ ਕੰਜ਼ਰਵੇਸ਼ਨ ਇਜ਼ ਦੀ ਨੀਡ ਆਫ ਦਾ ਡੇ। ਕੁਐਸਚਨ ਨੰਬਰ 7, ਵਟ ਡਿਡ ਦੀ ਪੰਜਾਬ ਐਗਰੀਕਲਚਰ ਮਿਨਿਸਟਰ ਐਡਮਿਟ, ਐਡਮਿਟ ਮੈਨੇ ਮੰਨਿਆ, ਪ੍ਰਵਾਨ ਕੀਤਾ, ਔਨ ਦੀ ਫਲੋਰ ਆਫ ਦੀ ਹਾਊਸ, ਵਿਧਾਨ ਸਭਾ ਦੇ ਵਿੱਚ ਜਿਹੜਾ ਪੰਜਾਬ ਦਾ ਐਗਰੀਕਲਚਰ ਮਿਨਿਸਟਰ ਸੀ, ਉਹਨੇ ਕਿਸ ਗੱਲ ਨੂੰ ਮੰਨਿਆ। ਸੋ ਜਵਾਬ ਇਹਦੀ ਪੰਜਾਬ ਇੱਥੇ ਬੱਚੋ ਕੁਐਸਚਨ ਵਿੱਚ ਐਗਰੀਕਲਚਰ ਮਿਨਿਸਟਰ ਲਿਖਿਆ ਹੈ ਤੇ ਉਹਦੇ ਵਿੱਚ ਇਰੀਗੇਸ਼ਨ ਮਿਨਿਸਟਰ ਲਿਖਿਆ ਹੈ। ਸੋ ਇਹ ਦੋਨੋਂ ਇੱਕੋ ਹੀ ਚੀਜ਼ ਹੈਗੀ ਹੈ, ਐਗਰੀਕਲਚਰ ਮਿਨਿਸਟਰ ਵੀ ਲੈ ਸਕਦੇ ਹਾਂ ਆਪਾਂ ਤੇ ਇਰੀਗੇਸ਼ਨ ਮਿਨਿਸਟਰ ਵੀ ਲੈ ਸਕਦੇ ਹਾਂ, ਦੋਨਾਂ ਦਾ ਇੱਕੋ ਜਿਹਾ ਹੀ ਹੈਗਾ। ਸੋ ਇੱਥੇ ਐਗਰੀਕਲਚਰ ਕੁਐਸਚਨ 'ਚ ਲਿਖਿਆ ਹੈ, ਪਰ ਲੈਸਨ ਵਿੱਚ ਉਹਨਾਂ ਨੇ ਇਰੀਗੇਸ਼ਨ ਮਿਨਿਸਟਰ ਲਿਖਿਆ ਹੈ। ਸੋ ਦੀ ਪੰਜਾਬ ਇਰੀਗੇਸ਼ਨ ਮਿਨਿਸਟਰ ਐਡਮਿਟਡ, ਅਰਥਾਤ ਪੰਜਾਬ ਦੇ ਇਰੀਗੇਸ਼ਨ ਮਿਨਿਸਟਰ ਨੇ ਜਾਂ ਐਗਰੀਕਲਚਰ ਮਿਨਿਸਟਰ ਨੇ ਐਡਮਿਟ ਕੀਤਾ ਕਿ ਡਿਡ ਹੈਗਾ, ਸੋ ਐਡਮਿਟ ਦਾ ਬਣ ਜਾਏਗਾ ਐਡਮਿਟਡ। ਔਨ ਦੀ ਫਲੋਰ ਆਫ ਦਾ ਹਾਊਸ, ਫਲੋਰ ਦਾ ਹਾਊਸ ਕੀ ਐਡਮਿਟ ਕੀਤਾ, ਦੈਟ ਗਰਾਊਂਡ ਵਾਟਰ ਹੈਡ ਬੀਨ ਡਿਕਲਾਈਨਿੰਗ ਇਨ 85% ਏਰੀਆਜ਼ ਆਫ ਦੀ ਸਟੇਟ, ਕਿ ਜੋ ਸਾਡਾ ਸੂਬਾ ਪੰਜਾਬ ਹੈ ਉਹਦੇ 85% ਖੇਤਰ ਦੇ ਵਿੱਚ ਪਾਣੀ ਡਿੱਗਦਾ ਜਾ ਰਿਹਾ ਹੈ, ਪਾਣੀ ਡਿੱਗਦਾ ਜਾ ਰਿਹਾ ਸੀ, ਕਿਉਂਕਿ ਡਿਡ ਹੈ ਨਾ, ਹੈਡ ਬੀਨ, ਪਾਣੀ ਡਿੱਗਦਾ ਜਾ ਰਿਹਾ ਸੀ, ਡਿੱਗੀ ਜਾ ਰਿਹਾ ਕਿੰਨਾ। ਐਂਡ ਦੀ ਨਾਈਟ੍ਰੇਟ ਪ੍ਰੈਜ਼ੈਂਸ ਇਨ ਦੀ ਵਾਟਰ, ਕਿਉਂਕਿ ਨਾਈਟ੍ਰੇਟ ਕਿੱਥੋਂ ਆਉਂਦਾ ਬੱਚੋ, ਬਹੁਤ ਸਾਰੇ ਅਸੀਂ ਉਹ ਵਰਤਦੇ ਹਾਂ, ਫਰਟੀਲਾਈਜ਼ਰ ਢੇਰ ਜਿਹੜਾ ਬਹੁਤ ਸਾਰਾ ਵਰਤਿਆ ਜਾਂਦਾ, ਜਿਹੜਾ ਆਪਣਾ ਰਸਾਇਣਿਕ ਹੈਗਾ, ਕੈਮੀਕਲ ਫਰਟੀਲਾਈਜ਼ਰ, ਤੇ ਨਾਈਟ੍ਰੇਟ ਪ੍ਰੈਜ਼ੈਂਸ ਇਨ ਦੀ ਵਾਟਰ ਹੈਡ ਬਿਕਮ 10-fold ਇਨ ਦੀ ਪਾਸਟ 4 ਡਿਕੇਡਸ। 4 ਡਿਕੇਡ ਹੁੰਦਾ ਦਹਾਕਾ, ਸੋ 4 ਡਿਕੇਡ ਦਾ ਮਤਲਬ ਹੋ ਗਿਆ 4 ਗੁਣਾ 10 40। ਸੋ ਪਿਛਲੇ 40 ਸਾਲਾਂ ਵਿੱਚ ਜੋ ਨਾਈਟ੍ਰੇਟ ਹੈਗੇ ਨੇ, ਉਹਨਾਂ ਦੀ ਜੋ ਪ੍ਰੈਜ਼ੈਂਸ ਹੈ, ਉਹਦੀ ਜੋ ਮਾਤਰਾ ਹੈ ਪਾਣੀ ਦੇ ਵਿੱਚ, ਉਹ 10 ਗੁਣਾ ਵੱਧ ਗਈ ਹੈ ਪਿਛਲੇ 40 ਸਾਲਾਂ ਵਿੱਚ, ਜੋ ਕਿ ਸਾਡੇ ਸਾਰਿਆਂ ਦੀ ਸਿਹਤ ਲਈ ਬਹੁਤ ਹੀ ਖਤਰਨਾਕ ਹੈ। ਸੋ ਇੱਕ ਤੇ ਪਾਣੀ ਦਾ ਪੱਧਰ ਥੱਲੇ ਚਲਾ ਗਿਆ ਹੈ, ਵਾਟਰ ਟੇਬਲ ਜਿਹੜਾ ਹੈ, ਗਰਾਊਂਡ ਵਾਟਰ ਹੈਡ ਬੀਨ ਡਿਕਲਾਈਨਿੰਗ ਇਨ 85% ਏਰੀਆਜ਼ ਆਫ ਦਾ ਸਟੇਟ। ਇੱਧਰੋਂ ਪਤਾ ਲੱਗਦਾ ਹੈ ਕਿ ਜਿਹੜਾ ਪੰਜਾਬ ਹੈ ਉਹ ਬਹੁਤ ਛੇਤੀ ਰੇਗਿਸਤਾਨ ਬਣ ਜਾਏਗਾ ਜੇ ਅਸੀਂ ਢੁਕਵੇਂ ਕਦਮ ਨਾ ਚੁੱਕੇ, ਠੀਕ ਹੈ। ਤੇ ਦੂਜੀ ਗੱਲ ਹੈ, ਨਾਈਟ੍ਰੇਟ ਪ੍ਰੈਜ਼ੈਂਸ ਜਿਹੜੀ ਹੈ ਉਹ 10 ਗੁਣਾ ਹੋ ਗਈ ਹੈ ਪਿਛਲੇ 40 ਸਾਲਾਂ ਵਿੱਚ। ਕੁਐਸਚਨ ਨੰਬਰ 8, what is the result of the excessive ਮੈਨੇ ਹੁੰਦਾ ਬਹੁਤ ਜ਼ਿਆਦਾ, ਲੋੜ ਤੋਂ ਵੱਧ, decline ਮੈਨੇ ਗਿਰਾਵਟ, in water table in the state। ਕਹਿੰਦਾ ਜਿਹੜਾ ਹੈ ਇੰਨੀ ਬਹੁਤ ਜ਼ਿਆਦਾ ਵਾਟਰ ਟੇਬਲ, ਜੋ ਪਾਣੀ ਦਾ ਜੋ ਪੱਧਰ ਹੈ, ਜ਼ਮੀਨ ਦੇ ਹੇਠਲਾ ਪੱਧਰ ਪਾਣੀ ਦਾ ਬਹੁਤ ਜ਼ਿਆਦਾ ਥੱਲੇ ਚਲੇ ਜਾਣ ਦਾ ਇਹਦਾ ਕੀ ਨਤੀਜਾ ਹੈ।
ਵੀ ਇਹਦੇ ਕੀ ਸਿੱਟੇ ਨਿਕਲਣਗੇ। ਸੋ ਜਵਾਬ ਹੈ the excessive decline in the water table in the state is causing a low discharge of tube wells। ਹੁਣ ਟਿਊਬਵੈਲ ਜਿਹੜੀ ਧਾਰ ਹੈ ਨਾ ਉਹ ਪੂਰੀ ਨਹੀਂ ਆਉਂਦੀ, ਉਹ ਵੀ ਹੌਲੀ ਹੌਲੀ ਹੋ ਗਈ ਹੈ। ਜੇ ਮਤਲਬ ਜੇ ਪਹਿਲੇ ਅੱਜ ਤੋਂ 20 ਸਾਲ ਪਹਿਲੇ ਜਿਹੜੀ ਧਾਰ ਦੂਰ ਤੱਕ ਜਾਂਦੀ ਸੀਗੀ, ਬੜੀ ਛੇਤੀ ਆ ਜਾਂਦਾ ਸੀਗਾ, ਹੁਣ ਪਾਣੀ ਦਾ ਡਿਸਚਾਰਜ ਜਿਹੜਾ ਹੈ ਪਾਣੀ ਉਹ ਲੋ ਹੋ ਗਿਆ, ਉਹਦੀ ਸਪੀਡ ਘਟ ਗਈ ਹੈ। ਡੀਪਨਿੰਗ ਆਫ ਪਿਟਸ ਐਂਡ ਟਿਊਬਵੈਲਸ, ਹੁਣ ਟਿਊਬਵੈਲ ਦੇ ਟੋਏ ਹੋਰ ਜ਼ਿਆਦਾ ਡੂੰਘੇ ਪੁੱਟਣੇ ਪੈਂਦੇ ਨੇ, ਹੋਰ ਡੂੰਘੇ ਹੋ ਗਏ ਨੇ। ਰਿਪਲੇਸਮੈਂਟ ਆਫ ਲੋ ਕਾਸਟ ਸੈਂਟਰੀਫਿਊਗਲ ਪੰਪਸ ਵਿਦ ਕਾਸਟਲੀਅਰ ਸਬਮਰਸੀਬਲ ਪੰਪ। ਪਹਿਲਾਂ ਸਸਤੇ ਜਿਹੜੇ ਪੰਪ ਸੀ ਸੈਂਟਰੀਫਿਊਗਲ ਪੰਪ, ਜਿਹੜੇ ਉੱਪਰ ਹੀ ਜ਼ਮੀਨ ਦੇ ਉੱਪਰ ਹੀ ਲਾਏ ਜਾ ਸਕਦੇ ਸੀਗੇ, ਜਾਂ ਥੋੜ੍ਹਾ ਜਿਹਾ ਥੱਲੇ ਪੱਟ ਕੇ ਲਾਏ ਜਾ ਸਕਦੇ, ਸੁੱਕੇ ਥਾਂ ਤੇ ਲਾਏ ਜਾ ਸਕਦੇ ਸੀਗੇ ਸੈਂਟਰੀਫਿਊਗਲ ਪੰਪ, ਉਹ ਬੜੇ ਸਸਤੇ ਸੀਗੇ। ਹੁਣ ਉਹਨਾਂ ਕੰਮ ਨਹੀਂ ਹੁੰਦਾ, ਤੇ ਹੁਣ ਕਿਹੜਾ ਲਾਣਾ ਪੈਂਦਾ, ਕਾਸਟਲੀਅਰ ਜ਼ਿਆਦਾ ਮਹਿੰਗੇ ਸਬਮਰਸੀਬਲ ਪੰਪ ਲਾਣੇ ਪੈ ਰਹੇ ਨੇ। ਸੋ ਸਬਮਰਸੀਬਲ ਪੰਪ ਬਹੁਤ ਥੱਲੇ ਤੱਕ ਲਾਣਾ, ਐਂਡ ਇਨਕਰੀਜ਼ਡ ਐਨਰਜੀ ਕਾਸਟ, ਤੇ ਉਹਦੇ ਨਾਲ ਕੀ ਹੋ ਗਿਆ, ਕੀਮਤ ਬੜੀ ਵੱਧ ਗਈ ਹੈ। ਦਿਸ ਇਨ ਟਰਨ, ਤੇ ਇਹਦਾ ਸਿੱਟਾ ਕੀ ਨਿਕਲ ਰਿਹਾ, ਅਫੈਕਟਸ ਦੀ ਸੋਸ਼ੋ ਇਕਨੋਮਿਕ ਕੰਡੀਸ਼ਨ ਆਫ ਸਮਾਲ ਐਂਡ ਮਾਰਜਨਲ ਫਾਰਮਰਸ ਆਫ ਦੀ ਸਟੇਟ। ਇਹ ਜਿਹੜੀ ਦੋਹਰੀ ਮਾਰ ਮਾਰਦਾ ਪਿਆ, ਇੱਕ ਤੇ ਟਿਊਬਵੈਲ ਦਾ ਜਿਹੜੀ ਧਾਰ ਹੈ ਉਹ ਹੌਲੀ ਹੋ ਗਈ ਹੈ, ਖੂਹ ਡੂੰਘੇ ਹੋ ਗਏ ਨੇ, ਹੋਰ ਡੂੰਘਾ ਪੱਟਣਾ ਪੈਂਦਾ ਹੈ। ਹੁਣ ਸੈਂਟਰੀਫਿਊਗਲ ਪੰਪ ਨਾਲ ਸਰਦਾ ਨਹੀਂ, ਜੋ ਸਸਤਾ ਸੀ, ਹੁਣ ਮਹਿੰਗਾ ਵਾਲਾ ਸਬਮਰਸੀਬਲ ਪੰਪ ਲਾਉਣਾ ਪੈਂਦਾ ਹੈ। ਜਿੰਨਾ ਟਿਊਬਵੈਲ ਦਾ ਕੰਮ, ਟਿਊਬਵੈਲ ਖੜਾ ਕਰਨਾ, ਟਿਊਬਵੈਲ ਨੂੰ ਸਥਾਪਿਤ ਕਰਨਾ ਬੜਾ ਮਹਿੰਗਾ ਸੌਦਾ ਪੈ ਗਿਆ। ਦਿਸ ਇਨ ਟਰਨ ਅਫੈਕਟਸ ਦੀ ਸੋਸ਼ੋ ਇਕਨੋਮਿਕ, ਸੋਸ਼ੋ ਇਕਨੋਮਿਕ ਦਾ ਮਤਲਬ ਹੁੰਦਾ ਹੈ ਸਮਾਜਿਕ ਤੇ ਆਰਥਿਕ ਜੋ ਹਾਲਤ ਹੈ ਇੱਕ ਛੋਟੇ ਅਤੇ ਗਰੀਬ ਕਿਸਾਨ ਦੀ, ਉਹ 'ਤੇ ਬੜਾ ਮਾੜਾ ਅਸਰ ਪਿਆ ਹੈ। ਉਹਦੇ ਕੋਲ ਵਿਚਾਰੇ ਇੰਨਾ ਪੈਸੇ ਨਹੀਂ ਹੋ ਸਕਦਾ ਕਿ ਹੁੰਦੇ ਨਹੀਂ ਕਿ ਉਹ ਆਪਣੇ ਖੇਤ ਵਿੱਚ ਇੱਕ ਅੱਜ ਦੀ ਤਰੀਕ ਵਿੱਚ ਟਿਊਬਵੈਲ ਲਾ ਸਕੇ। ਸੋ ਇਹ ਜਿਹੜੀ ਚੀਜ਼ ਹੈ, ਇਹ ਸਿੱਟਾ ਜਿਹੜਾ ਇਸ ਰੂਪ ਵਿੱਚ ਨਿਕਲਦਾ ਪਿਆ ਹੈ, ਕਿਹਦੇ ਕਰਕੇ, ਐਕਸੈਸਿਵ ਡਿਕਲਾਈਨ ਇਨ ਵਾਟਰ ਟੇਬਲ, ਬਹੁਤ ਜ਼ਿਆਦਾ ਪਾਣੀ ਦਾ ਪੱਧਰ ਥੱਲੇ ਚਲੇ ਜਾਣ ਦੇ ਕਾਰਨ ਇਹ ਅਸਰ ਪੈ ਰਿਹਾ ਹੈ। ਫਿਰ ਆ ਗਿਆ ਆਖਰੀ ਦੋ ਕੁਐਸਚਨ, ਵਟ ਟੈਕਨੋਲੋਜੀ ਕੈਨ ਵੀ ਯੂਜ਼ ਟੂ ਸੇਵ ਵਾਟਰ, ਪਾਣੀ ਨੂੰ ਬਚਾਉਣ ਲਈ ਕਿਹੜੀ ਤਕਨੀਕ ਵਰਤੀ ਜਾ ਸਕਦੀ ਹੈ। ਸੋ ਪਹਿਲਾ ਤਾਂ ਹੈਗਾ ਦੋ ਗੱਲਾਂ ਨੇ, ਚੇਂਜਿੰਗ ਦੀ ਟ੍ਰੈਡੀਸ਼ਨਲ ਕ੍ਰੌਪਿੰਗ ਪੈਟਰਨ, ਟ੍ਰੈਡੀਸ਼ਨਲ ਮੈਨੇ ਰਵਾਇਤੀ ਜਿਹੜਾ ਸਾਡਾ ਫਸਲੀ ਚੱਕਰ ਹੈ ਉਹ ਤੋਂ ਬਾਹਰ ਨਿਕਲਣਾ ਪਏਗਾ। ਵੀ ਇਹ ਝੋਨਾ ਔਰ ਕਣਕ ਇਹ ਬਹੁਤ ਜ਼ਿਆਦਾ ਪਾਣੀ ਖਾਂਦੇ ਨੇ, ਬਹੁਤ ਜ਼ਿਆਦਾ ਪਾਣੀ ਖਾਂਦੇ ਨੇ। ਸੋ ਚੇਂਜਿੰਗ ਦੀ ਟ੍ਰੈਡੀਸ਼ਨਲ ਕ੍ਰੌਪਿੰਗ ਪੈਟਰਨ, ਜਿਹੜਾ ਰਵਾਇਤੀ ਫਸਲੀ ਚੱਕਰ ਹੈ ਉਹਨੂੰ ਬਦਲਣਾ, ਐਂਡ ਅਡੋਪਟਿੰਗ ਟੈਕਨੋਲੋਜੀਜ਼ ਲਾਈਕ ਸਪ੍ਰਿੰਕਲਰ, ਫੁਹਾਰੇ ਵਾਲਾ, ਫੁਹਾਰੇ ਰਾਹੀਂ ਪਾਣੀ ਦੇਣਾ, ਬਜਾਏ ਇਹ ਨਹੀਂ ਕਿ ਟਿਊਬਵੈਲ ਚਲਾ ਕੇ ਉਹ ਜਿਹੜੀ ਆਪਣੀ ਆੜ ਹੁੰਦੀ ਹੈ ਉਹ 'ਚ ਪਾਣੀ ਵਗੀ ਜਾ ਰਿਹਾ ਤੇ ਪੂਰਾ ਖੇਤ ਤਰ ਕਰ ਦੇਣਾ। ਉਹ ਸਾਰਾ ਪਾਣੀ ਜਿਹੜੀ ਧੁੱਪ ਹੁੰਦੀ ਉਹ ਸਾਰਾ ਉੱਡੀ ਜਾਂਦਾ, ਵਾਸ਼ਪੀਕਰਨ ਹੋ ਜਾਂਦਾ, ਉਹ ਖੇਤ ਨੂੰ ਤੇ ਸਾਰਾ ਪਾਣੀ ਫਾਇਦਾ ਹੀ ਨਹੀਂ ਹੁੰਦਾ। ਸੋ ਸਪ੍ਰਿੰਕਲਰ ਫੁਹਾਰੇ ਰਾਹੀਂ, ਡ੍ਰਿਪ ਬੜੀ ਤੁਪਕੇ ਰਾਹੀਂ, ਔਰ ਫਰੋ ਜਾਂ ਸਿਆੜ ਜਿਹੜੇ ਹੁੰਦੇ ਨੇ, ਸਿਆੜ ਦੇ ਵਿੱਚ ਇਰੀਗੇਸ਼ਨ ਲਾਇਆ ਜਾ ਸਕਦਾ ਹੈ, ਉਹ ਵੀ ਸਿਆੜ ਵਿੱਚ ਉਨਾ ਹੀ ਪਾਣੀ ਜਾਵੇ ਜਿੰਨੀ ਲੋੜ ਹੈਗੀ ਹੈ। ਸੋ ਇਹ ਜਿਹੜੀਆਂ ਟੈਕਨੋਲੋਜੀ ਹੈਗੀਆਂ ਸਪ੍ਰਿੰਕਲਰ, ਡ੍ਰਿਪ ਔਰ ਫਰੋ ਇਰੀਗੇਸ਼ਨ ਕੈਨ ਹੈਲਪ ਅਸ ਸੇਵ ਵਾਟਰ। ਇਹਨਾਂ ਦੋ ਚੀਜ਼ਾਂ ਨੂੰ ਅਪਣਾ ਕੇ, ਇੱਕ ਤੇ ਰਵਾਇਤੀ ਫਸਲੀ ਚੱਕਰ ਨੂੰ ਬਦਲ ਕੇ, ਤੇ ਦੂਜਾ ਸਪ੍ਰਿੰਕਲਰ, ਡ੍ਰਿਪ ਅਤੇ ਫਰੋ ਇਰੀਗੇਸ਼ਨ ਨੂੰ ਅਪਣਾ ਕੇ ਵੀ ਕੈਨ ਸੇਵ ਵਾਟਰ। ਆਖਰੀ ਕੁਐਸਚਨ, ਹਾਊ ਡੂ ਦੀ ਰੂਰਲ ਕਮਿਊਨਿਟੀਜ਼, ਰੂਰਲ ਦਾ ਮਤਲਬ ਹੁੰਦਾ ਪੇਂਡੂ, ਤੇ ਇਹਦਾ ਵਿਰੋਧੀ ਸ਼ਬਦ ਹੈ ਸ਼ਹਿਰੀ, ਤੇ ਸ਼ਹਿਰੀ ਨੂੰ ਅੰਗਰੇਜ਼ੀ ਕਹਿੰਦੇ ਅਰਬਨ, URBAN, ਅਰਬਨ ਮੈਨੇ ਸ਼ਹਿਰੀ ਤੇ ਰੂਰਲ ਮੈਨੇ ਪੇਂਡੂ। ਜੇ ਇੱਦਾਂ ਕਦੀ ਸ਼ਬਦ ਆ ਜਾਏ ਕਿ ਵਟ ਇਜ਼ ਦੀ ਐਂਟੋਨਿਮ ਆਫ ਰੂਰਲ, ਤੇ ਉਹਦਾ ਜਵਾਬ ਹੋਏਗਾ ਅਰਬਨ, ਤੇ ਜੇ ਕਹਿਣ ਕਿ ਵਟ ਇਜ਼ ਦੀ ਐਂਟੋਨਿਮ ਆਫ ਅਰਬਨ, ਤੇ ਜਵਾਬ ਹੋਏਗਾ ਰੂਰਲ। ਠੀਕ ਹੈ। ਕਮਿਊਨਿਟੀਜ਼ ਮੈਨੇ ਸਮਾਜ। ਹਾਊ ਡੂ ਦੀ ਰੂਰਲ ਕਮਿਊਨਿਟੀਜ਼ ਐਂਡ ਦੀ ਪੂਅਰ ਅਰਬਨ ਕਲਾਸਿਸ, ਹੁਣ ਦੇਖੋ ਅਰਬਨ ਵੀ ਆ ਗਏ ਨੇ ਇੱਥੇ, ਅਰਬਨ ਪੂਅਰ ਅਰਬਨ ਕਲਾਸਿਸ, ਕਹਿੰਦੇ ਜਿਹੜੇ ਪਿੰਡ ਵਿੱਚ ਰਹਿਣ ਵਾਲੇ ਲੋਕ ਨੇ ਤੇ ਸ਼ਹਿਰਾਂ ਵਿੱਚ ਰਹਿਣ ਵਾਲੇ ਗਰੀਬ ਲੋਕ ਨੇ, ਗਰੀਬ ਕਲਾਸਿਸ, ਸਫਰ ਡਿਊ ਟੂ ਦੀ ਸ਼ਾਰਟੇਜ ਆਫ ਵਾਟਰ, ਪਾਣੀ ਦੀ ਘਾਟ ਕਰਕੇ ਉਹਨਾਂ ਨੂੰ ਕਿਵੇਂ ਦੀ ਜਿਹੜੇ ਦੁੱਖ ਨੇ, ਮੁਸੀਬਤ ਤੇ ਤਕਲੀਫ ਹੈ ਝੱਲਣੀ ਪੈਂਦੀ ਹੈ। ਸੋ ਇਹਦਾ ਕਿਤਾਬ ਜੋ ਲਿਖਿਆ ਤੁਹਾਡੇ ਲੈਸਨ 'ਚ, ਡਿਊ ਟੂ ਦੀ ਵਾਟਰ ਸ਼ਾਰਟੇਜ, ਪਾਣੀ ਦੀ ਸ਼ਾਰਟੇਜ ਕਰਕੇ ਵੂਮਨ ਐਂਡ ਗਰਲਸ ਇਨ ਰੂਰਲ ਕਮਿਊਨਿਟੀਜ਼ ਐਂਡ ਪੂਅਰ ਅਰਬਨ ਕਲਾਸਿਸ, ਇਹ ਤਾਂ ਇੱਧਰ ਹੀ ਲੈ ਲੈਣਾ ਨਾ, ਰੂਰਲ ਕਮਿਊਨਿਟੀਜ਼ ਐਂਡ ਦੀ ਪੂਅਰ ਅਰਬਨ ਕਲਾਸਿਸ। ਸੋ ਵੂਮਨ ਐਂਡ ਗਰਲਸ, ਕਿਉਂਕਿ ਜ਼ਿਆਦਾਤਰ ਇਹ ਜਿਹੜੀ ਡਿਊਟੀ ਹੈ ਇਹ ਵਿਚਾਰੀ ਜਿਹੜੀਆਂ ਬੀਬੀਆਂ ਨੇ ਤੇ ਜਾਂ ਕੁੜੀਆਂ ਨੇ ਉਹਨਾਂ ਦੇ ਸਿਰ ਤੇ ਪੈਂਦਾ, ਕਿਉਂਕਿ ਜਿਹੜੇ ਬੰਦੇ ਨੇ ਉਹ ਕੰਮਾਂ ਕਾਰਾਂ ਚਲੇ ਜਾਂਦੇ ਨੇ। ਸੋ ਘਰ ਦੇ ਕੰਮ ਲਈ ਜੋ ਪਾਣੀ ਦੀ ਲੋੜ ਹੈ ਉਹ ਫਿਰ ਬੀਬੀਆਂ ਦੇ ਸਿਰ ਤੇ ਜ਼ਿੰਮੇਵਾਰੀ ਪੈਂਦੀ ਹੈ।
Women and girls in rural communities and poor urban classes have to walk miles, ਕਈ ਵਾਰ ਕਿੰਨੇ ਕਿੰਨੇ ਮੀਲ ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਹੈ ਟੂ ਗੈਦਰ ਵਾਟਰ, ਪਾਣੀ ਇਕੱਠਾ ਕਰਨ ਲਈ ਫਰੋਮ ਸਟਰੀਮਸ, ਜਿਹੜੀਆਂ ਵਹਿਣ ਹੈਗੇ ਨੇ, ਨਦੀਆਂ ਨੇ, ਐਂਡ ਪੌਂਡਸ ਜਾਂ ਜਿਹੜੇ ਤਲਾਅ ਹੈਗੇ ਨੇ। ਦਿਸ ਅਨਸੇਫ ਵਾਟਰ, ਤੇ ਉਹ ਪਾਣੀ ਕਿ ਗੰਦਾ ਹੁੰਦਾ ਹੈ ਕਿਉਂਕਿ ਉਹਨਾਂ 'ਚ ਕਿ ਅੱਜ ਕੱਲ੍ਹ ਤੇ ਪਾਣੀ ਸਾਫ਼ ਮਿਲਦਾ ਹੀ ਨਹੀਂ, ਉਹ ਸੀਵਰੇਜ ਵੀ ਜਾ ਰਿਹਾ ਹੁੰਦਾ ਹੈ। ਤੁਸੀਂ ਦੇਖੋ ਬੱਚਿਓ, ਕਈ ਵਾਰ ਤੁਸੀਂ ਰੇਲਵੇ 'ਚ ਸਫ਼ਰ ਕਰੋ, ਤੇ ਮੈਂ ਜਿੱਦਾਂ ਕਈ ਵਾਰ ਗਿਆ, ਜਦ ਮੈਂ ਸ਼ਿਪ 'ਤੇ ਕੰਮ ਕਰਦਾ ਸੀਗਾ ਤੇ ਮੈਨੂੰ ਪੇਪਰ ਦੇਣ ਕਲਕੱਤੇ ਜਾਂ ਬੰਬੇ ਜਾਣਾ ਪੈਂਦਾ ਸੀਗਾ, ਤੇ ਮੈਂ ਦੇਖਦਾ ਹੁੰਦਾ ਸੀ ਰਾਹ 'ਚ ਜਦੋਂ ਗੱਡੀ ਨਾ ਕਈ ਵਾਰ ਬ੍ਰਿਜ ਦੇ ਉੱਤੋਂ ਜਾਂਦੀ ਸੀ ਤੇ ਰਾਹ 'ਚ ਬੜੀਆਂ ਨਦੀਆਂ ਆਉਂਦੀਆਂ ਸੀਗੀਆਂ, ਤੇ ਨਦੀਆਂ ਥੱਲੇ ਤੇ ਪਾਣੀ ਗੰਦਾ ਸੀ, ਤੇ ਮੈਂ ਦੇਖਿਆ ਉੱਥੇ ਲੋਕੀ ਨਹਾ ਰਹੇ ਹੁੰਦੇ ਸੀ, ਉੱਥੇ ਕੱਪੜੇ ਧੋ ਰਹੇ ਹੁੰਦੇ ਸੀ, ਤੇ ਉੱਥੇ ਵਿੱਚ ਮੂੰਹ 'ਚ ਹੀ ਪਾਣੀ ਪਾ ਲੈਂਦੇ ਹੁੰਦੇ ਸੀਗੇ, ਤੇ ਘੜੇ ਭਰ ਕੇ ਵੀ ਲਿਜਾ ਰਹੇ ਹੁੰਦੇ ਸੀਗੇ। ਸੋ ਉਹ ਜਿਹੜਾ ਗੰਦਾ ਪਾਣੀ ਹੁੰਦਾ ਹੈ, ਦਿਸ ਅਨਸੇਫ ਵਾਟਰ ਮੇਕਸ them ਐਂਡ their families, ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਿੱਕ, ਬਿਮਾਰ ਵਿਦ ਵਾਟਰਬੋਰਨ ਡਿਜ਼ੀਜ਼ਸ। ਵਾਟਰਬੋਰਨ ਡਿਜ਼ੀਜ਼ ਕਿਹੜੀ ਹੁੰਦੀ ਹੈ ਬੱਚੋ? ਟਾਈਫਾਇਡ ਹੋ ਗਿਆ, ਜੌਂਡਿਸ ਹੋ ਗਿਆ, ਫਿਰ ਆਪਣਾ ਡਾਇਰੀਆ ਹੋ ਗਿਆ, ਡਿਸੈਂਟਰੀ ਹੋ ਗਈ। ਇਹ 'ਚੋਂ ਬੱਚੋ ਕਈ ਬਿਮਾਰੀਆਂ ਤੇ ਐਸੀਆਂ ਹੁੰਦੀਆਂ ਨੇ ਜਾਨਲੇਵਾ ਹੁੰਦੀਆਂ, ਤੇ ਕਈ ਬਿਮਾਰੀਆਂ ਬੜੀ ਪੱਕ ਜਾਂਦੀਆਂ, ਚਲਦੀਆਂ ਰਹਿੰਦੀਆਂ, ਕਿੰਨਾ ਚਿਰ ਮੁੱਕਦੀਆਂ ਨਹੀਂ, ਤੇ ਬੰਦੇ ਦੀ ਉਮਰ ਜਿਹੜੀ ਹੈ, ਉਹਦੀ ਜਿਹੜੀ ਕੁਆਲਿਟੀ ਹੈ, ਉਹਨੂੰ ਥਕੇਵਾਂ ਰਹਿੰਦਾ ਹੈ, ਉਹਦਾ ਵਾਧਾ ਫੁੱਲਣਾ ਨਹੀਂ ਹੁੰਦਾ, ਉਹ ਕੰਮ ਵੀ ਦਾਣਾ ਨਹੀਂ ਕਰ ਪਾਉਂਦਾ। ਸੋ ਇਸ ਤਰ੍ਹਾਂ ਇਹ ਵਿਚਾਰਿਆਂ ਨੂੰ ਜਿਹੜਾ ਹੈ ਇੱਦਾਂ ਦੁੱਖ ਝੱਲਣਾ ਪੈਂਦਾ ਹੈ। ਇੱਕ ਤੇ ਦੂਰ ਜਾਣਾ ਪੈਂਦਾ ਪਾਣੀ ਲੈਣ, ਤੇ ਉਹ ਪਾਣੀ ਵੀ ਗੰਦਾ, ਤੇ ਉਹ ਗੰਦਾ ਪਾਣੀ ਪੀ ਕੇ ਆਪ ਵੀ ਬਿਮਾਰ ਹੁੰਦੀਆਂ ਨੇ ਬੀਬੀਆਂ, ਤੇ ਨਾਲ ਉਹਨਾਂ ਦੇ ਜਿਹੜੇ ਪਰਿਵਾਰ ਦੂਜੇ ਮੈਂਬਰ ਪੀਂਦੇ ਨੇ, ਉਹ ਵੀ ਇਸ ਗੰਦੇ ਪਾਣੀ ਤੋਂ ਪੈਦਾ ਹੋਈਆਂ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ। ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਅਸੀਂ ਇਹ 10 ਸਵਾਲ ਜਿਹੜੇ ਸੀ ਉਹਨਾਂ ਦੇ ਤੁਹਾਡੇ ਲੈਸਨ ਦੇ ਆਧਾਰ 'ਤੇ ਤਿਆਰ ਕੀਤੇ ਨੇ। ਸੋ ਤੁਸੀਂ ਇਹ ਸਾਰੇ ਆਨਸਰਸ ਨੂੰ ਨੋਟ ਡਾਊਨ ਕਰ ਲਓ, ਯਾਦ ਕਰੋ, ਤੇ ਬਾਅਦ 'ਚੋਂ ਬਿਨਾਂ ਦੇਖੇ ਆਪ ਲਿਖਣ ਦਾ ਅਭਿਆਸ ਕਰੋ। ਇਸੇ ਤਰ੍ਹਾਂ ਨੇਮ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।